ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਗਨ ਨ ਕੇ ਨਾਸਕ ਬਿਗਨ ਨ ਕੇ ਨਾਸਕ ਗੁਰ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਇਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਇਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ
ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ। ਦੋਹਰਾ। ਸ੍ਰੀ ਗੁਰ ਹਰਗੋਬਿੰਦ ਜੀ ਕੀਨੋ ਸੋਚ ਇਸ਼ਨਾਨ। ਪਹੁੰਚੇ ਬੁੱਢਣ ਸ਼ਾਹ ਢਿੱਗ ਭਗਤ ਆਪਣੋ ਜਾਨ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਸ੍ਰੀ ਗੁਰ ਹਰਗੋਬਿੰਦ ਜੀ ਕੀਨੋ ਸੋਚ ਇਸ਼ਨਾਨ। ਪਹੁੰਚੇ ਬੁੱਢਣ ਸ਼ਾਹ ਢਿੱਗ ਭਗਤ ਆਪਣੋ ਜਾਨ। ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 34 ਸ਼ੁਰੂ ਕਰਦੇ ਹੋਏ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਜੀ ਕਰਤਾਰਪੁਰ ਦੀ ਜੰਗ ਜਿੱਤ ਕੇ ਵਾਪਸ ਕੀਰਤਪੁਰ ਸਾਹਿਬ ਆਏ ਨੇ। ਕੀਰਤਪੁਰ ਸਾਹਿਬ ਘਰ ਜਾਣ ਤੋਂ ਪਹਿਲਾਂ ਪੀਰ ਬੁੱਢਣ ਸ਼ਾਹ ਨੂੰ ਜਾ ਕੇ ਮਿਲੇ ਨੇ। ਬੁੱਢਣ ਸ਼ਾਹ ਨੂੰ ਆਪਣੀ ਛਾਤੀ ਦੇ ਨਾਲ ਲਾਇਆ, ਨਿਹਾਲ ਕੀਤਾ ਔਰ ਬਾਬਾ ਗੁਰਦਿੱਤਾ ਜੀ ਨੂੰ ਇਹ ਬਚਨ ਕੀਤੇ ਕਿ ਗੁਰਦਿੱਤਾ ਜੀ ਤੁਸੀਂ ਬਾਬਾ ਬੁੱਢਣ ਸ਼ਾਹ ਦੇ ਕੋਲ ਰਹੋ। ਸਵੇਰੇ ਜਦੋਂ ਸਰੀਰ ਛੱਡਣਾ, ਸਰੀਰ ਛੱਡਣ ਤੋਂ ਪਹਿਲਾਂ ਅਸੀਂ ਆਵਾਂਗੇ। ਬਾਬਾ ਗੁਰਦਿੱਤਾ ਜੀ ਬੁੱਢਣ ਸ਼ਾਹ ਦੇ ਕੋਲ ਰਹੇ। ਸਾਰੀ ਰਾਤ ਬਾਬਾ ਬੁੱਢਣ ਸ਼ਾਹ ਜੀ ਨੇ ਗੁਰੂ ਸਾਹਿਬ ਦੀ ਸਿਫਤਾਂ ਕੀਤੀਆਂ। ਅੰਮ੍ਰਿਤ ਵੇਲੇ ਇਕਾਂਤ ਵਿੱਚ ਹੋ ਕੇ ਬੈਠੇ ਨੇ, ਆਪਣੇ ਨੇਮ ਨੂੰ ਨਿਭਾਉਂਦੇ ਨੇ। ਉੱਧਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਸਾਹਿਬ ਜੀ ਨੇ ਜਦੋਂ ਸ਼ਾਮੀ ਜਾ ਕੇ ਇਸ਼ਨਾਨ ਕੀਤਾ, ਕਮਰ ਕੱਸਾ ਖੁੱਲ੍ਹਿਆ ਅਤੇ ਜਦੋਂ ਸਿੱਖਾਂ ਨੇ ਗਿਣੇ 72 ਜ਼ਖਮ ਸਰੀਰ ਦੇ ਉੱਤੇ ਹੋਏ ਸਨ, ਛੋਟੇ ਵੱਡੇ, ਕਿਤੇ ਤੀਰ ਲੱਗਾ, ਕਿਤੇ ਕੋਈ ਬਰਸ਼ੀ ਲੱਗੀ ਹੈ। ਲੰਗਰ ਪਾਣੀ ਛਕ ਕੇ ਗੁਰੂ ਸਾਹਿਬ ਜੀ ਸਿੱਖ ਸੁੱਤੇ ਨੇ ਔਰ ਅੱਜ ਅੰਮ੍ਰਿਤ ਵੇਲੇ ਫਿਰ ਗੁਰੂ ਸਾਹਿਬ ਜੀ ਉਸੇ ਤਰ੍ਹਾਂ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ, ਸੋਚ ਇਸ਼ਨਾਨ ਕੀਤਾ ਔਰ ਅੱਜ ਜਿਹੜਾ ਇਕਾਂਤ ਵਿੱਚ ਬੈਠਦੇ ਸਨ ਉਹ ਨਹੀਂ ਬੈਠੇ। ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨਾਲ ਸ਼ਸਤਰ ਬਸਤਰ ਸਜਾਏ ਅਤੇ ਆਪਣਾ ਭਗਤ ਜਾਣਦੇ ਹੋਏ ਬਾਬਾ ਬੁੱਢਣ ਸ਼ਾਹ ਜੀ ਦੇ ਕੋਲ ਚਲੇ ਗਏ। ਦੇਖਤ ਬੰਦੇ ਪਦ ਅਰਬਿੰਦਾ ਧੰਨ ਧੰਨ ਤੁਮ ਕੋ ਸੁਖ ਕੰਦਾ। ਸਤਿਗੁਰੂ ਜੀ ਨੂੰ ਵੇਖਦਿਆਂ ਨਾਲ ਪੀਰ ਬੁੱਢਣ ਸ਼ਾਹ ਜੀ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਅਤੇ ਨਾਲੇ ਕਹਿੰਦੇ ਨੇ ਸਤਿਗੁਰੂ ਜੀ ਤੁਸੀਂ ਧੰਨ ਹੋ, ਸੁੱਖਾਂ ਦੇ ਦਾਤੇ ਹੋ, ਤੁਹਾਨੂੰ ਧੰਨ ਹੈ। ਅੰਤ ਸਮੇਂ ਮੁਝ ਦਰਸ਼ਨ ਦੇਣ ਕਰਿਓ ਕ੍ਰਿਤਾਰਥ ਸੰਕਟਹੀਨ। ਸਤਿਗੁਰੂ ਜੀ ਤੁਸੀਂ ਤਾਂ ਮੈਨੂੰ ਨਿਹਾਲ ਕਰ ਦਿੱਤਾ, ਕਰਤਾਰਥ ਕਰ ਦਿੱਤਾ ਹੈ ਕਿ ਅੰਤ ਸਮੇਂ ਸਰੀਰ ਛੱਡਣ ਤੋਂ ਪਹਿਲਾਂ ਤੁਸੀਂ ਆ ਕੇ ਦਰਸ਼ਨ ਦਿੱਤੇ। ਇਹ ਮੇਰੇ ਬੜੇ ਵੱਡੇ ਭਾਗ ਨੇ ਕਿ ਅੰਤ ਸਮੇਂ ਤੁਹਾਡੇ ਦਰਸ਼ਨ ਹੋਣਗੇ। ਸੁਣ ਕਰ ਸਤਿਗੁਰੂ ਬਾਕ ਉਚਾਰਾ ਜੀਵਨ ਕੋ ਚਿਤ ਚਾਹੇ ਜੇ ਤੁਮਾਰਾ। ਸਤਿਗੁਰੂ ਜੀ ਸੁਣ ਕੇ ਕਹਿੰਦੇ ਨੇ ਪੀਰ ਜੀ ਦੇਖ ਲਓ, ਜੇ ਹਜੇ ਵੀ ਦੁਨੀਆ ਦਾ ਜਗਤ ਦਾ ਤਮਾਸ਼ਾ ਕੁਝ ਸਮਾਂ ਹੋਰ ਵੇਖਣਾ ਹੈ,
ਜੇ ਕੁਝ ਸਮਾਂ ਹੋਰ ਸਰੀਰ ਕਰਕੇ ਜਿਉਣਾ ਚਾਹੁੰਦੇ ਜੇ, ਕਿਉਂਕਿ ਇਵੇਂ ਦੇ ਜਿਹੜੇ ਪੀਰ ਫਕੀਰ ਹੁੰਦੇ ਨੇ ਅਸਲ ਵਿੱਚ ਆਉਂਦੇ ਤਮਾਸ਼ਾ ਵੇਖਣ ਹੀ ਨੇ। ਸੰਸਾਰ ਇੱਕ ਤਮਾਸ਼ਾ ਹੀ ਤੇ ਹੈ। ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਆਪਣੀ ਬਾਣੀ 'ਚ ਕਹਿੰਦੇ ਨੇ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣੇ ਆਇਓ ਜਗਤ ਤਮਾਸ਼ਾ। ਸੰਤ ਭਗਤ ਪੀਰ ਫਕੀਰ ਗੁਰੂ ਜਨ ਜੀ ਤਮਾਸ਼ਾ ਵੇਖਣ ਵਾਸਤੇ ਆਉਂਦੇ ਨੇ, ਔਰ ਜਿਹੜੇ ਤਮਾਸ਼ਾ ਹੀ ਬਣ ਜਾਣ ਬਸ ਉਹ ਸਮਝੋ ਸੰਸਾਰੀ ਨੇ। ਸਤਿਗੁਰੂ ਜੀ ਕਹਿੰਦੇ ਪੀਰ ਜੀ ਜਗਤ ਦਾ ਤਮਾਸ਼ਾ ਕੁਝ ਸਮਾਂ ਹੋਰ ਦੇਖੋ, ਜੇ ਚਾਹੁੰਦੇ ਤਾਂ ਉਮਰ ਹੋਰ ਵਧਾ ਦਈਏ। ਕਿਉਂਕਿ ਦੇਖੋ ਬੱਚਾ ਛੋਟਾ ਹੋਵੇ ਨਾ ਤੇ ਆਮ ਸਾਡੇ ਵਰਗੇ ਫਿਰ ਅਸੀਸ ਹੀ ਦੇ ਸਕਦੇ ਨੇ ਕਿ ਲੰਬੀ ਉਮਰ ਹੋਵੇ, ਪਰ ਗੁਰੂ ਸਾਹਿਬ ਜੀ ਇਕੱਲੀ ਅਸੀਸ ਨਹੀਂ ਦਿੰਦੇ, ਲੰਬੀ ਉਮਰ ਕਰ ਵੀ ਦਿੰਦੇ ਨੇ ਕਿ ਚਾਹੋ ਤਾਂ ਹੋਰ ਉਮਰ ਜੇ ਤੁਸੀਂ ਚਾਹੁੰਦੇ ਤਾਂ ਹੋਰ ਦੇ ਦਈਏ। ਪਿੱਖੋ ਅਪਰ ਕੁਛ ਜਗਤ ਤਮਾਸ਼ਾ ਕਰੋ ਆਪਣੀ ਪੂਰਨ ਆਸਾ। ਪੀਰ ਜੀ ਜੇ ਕੋਈ ਆਸ ਰਹਿ ਗਈ ਹੈ ਤੇ ਆਪਣੀ ਆਸ ਪੂਰੀ ਕਰ ਲਓ, ਹੋਰ ਤਮਾਸ਼ਾ ਵੇਖ ਲਓ ਕੁਝ ਸਮਾਂ। ਹਾਥ ਜੋਰ ਤਬ ਸਗਲ ਸੁਣਾਏ ਬਰਖ ਪੰਚ ਸੈ ਬੈਸ ਬਿਤਾਈ। ਹੱਥ ਜੋੜ ਕੇ ਸਾਈਂ ਬੁੱਢਣ ਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਜੀ 500 ਸਾਲ ਦੀ ਉਮਰ ਬਤੀਤ ਕਰਨੀ ਹੈ। 500 ਸਾਲ, ਕਿਉਂਕਿ ਜਤੀ ਸਤੀ ਨੇ, ਕਿਉਂਕਿ ਉਹ ਯੋਗ ਸਾਧਨਾ ਦੇ ਨਾਲ ਇੰਨੀ ਉਮਰ ਉਹਨਾਂ ਨੇ ਵਧਾਈ ਹੋਈ 500 ਸਾਲ। ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਸਨ, ਸਰੀਰ ਦਾ ਢਾਂਚਾ ਉਦੋਂ ਵੀ ਇਸੇ ਤਰ੍ਹਾਂ ਸੀ ਕਿ ਪ੍ਰਭੱਟੇ ਦਾ ਜਿਹੜਾ ਮਾਸ ਹੈ ਉਹ ਅੱਖਾਂ ਦੇ ਉੱਤੇ ਆਇਆ ਹੋਇਆ ਸੀ। ਬਜ਼ੁਰਗ ਸਰੀਰ ਸਤਿਗੁਰੂ ਜੀ 500 ਸਾਲ ਇੱਥੇ ਸੰਸਾਰ ਵਿੱਚ ਰਹਿ ਕੇ ਤਮਾਸ਼ਾ ਹੀ ਦੇਖਿਆ ਹੈ। ਐਸੋ ਸਮਾਂ ਨਾ ਪ੍ਰਾਪਤ ਫੇਰੇ ਭਏ ਦ੍ਰਿਸ਼ਟ ਗੋਚਰ ਤੁਮ ਮੇਰੀ। ਤੇ ਸਤਿਗੁਰੂ ਜੀ ਮੈਨੂੰ ਇਵੇਂ ਦਾ ਸਮਾਂ ਫਿਰ ਨਹੀਂ ਪ੍ਰਾਪਤ ਹੋਣਾ ਕਿ ਤੁਸੀਂ ਵੇਖਦੇ ਹੋ ਮੇਰਾ ਸਿਰ ਤੁਹਾਡੇ ਚਰਨਾਂ 'ਚ ਹੋਵੇ ਤੇ ਮੇਰਾ ਸਰੀਰ ਜਿਹੜਾ ਛੁੱਟ ਜਾਏ। ਕਿਉਂਕਿ ਉਮਰ ਤੇ ਜੇ 100 ਸਾਲ 200 ਸਾਲ 500 ਸਾਲ ਹੋਰ ਵੀ ਤੁਸੀਂ ਦੇ ਦਿਓਗੇ, ਆਖਰ ਨੂੰ ਤੇ ਸਰੀਰ ਨੂੰ ਛੱਡਣਾ ਹੈ ਨਾ। ਪਰ ਦੁਬਾਰੇ ਪਰਤ ਕੇ ਐਸਾ ਸਮਾਂ ਪ੍ਰਾਪਤ ਨਹੀਂ ਹੋਣਾ, ਐਸਾ ਸੁਭਾਗ ਪ੍ਰਾਪਤ ਨਹੀਂ ਹੋਣਾ ਸਰੀਰ ਛੱਡਣ ਲੱਗਿਆ ਕਿ ਤੁਸੀਂ ਮੇਰੇ ਕੋਲ ਹੋਵੋ। ਮਹਾ ਤਾਪਸੇ ਜੋਗੀ ਘਣੇ ਤਜ ਸੁਖ ਜਗ ਬੈਰਾਗੀ ਬਣੇ। ਇੱਥੇ ਪੀਰ ਬੁੱਢਣ ਸ਼ਾਹ ਜੀ ਆਪਣੇ ਤਜਰਬੇ 'ਚੋਂ ਕਹਿੰਦੇ ਨੇ ਕਿ ਸਤਿਗੁਰੂ ਜੀ ਵੱਡੇ ਵੱਡੇ ਤਪਸਵੀ, ਵੱਡੇ ਵੱਡੇ ਜੋਗੀ ਜਿਹੜੇ ਘਰ ਪਰਿਵਾਰ ਦੇ ਸੁੱਖ ਛੱਡ ਕੇ ਬੈਰਾਗੀ ਬਣ ਗਏ। ਅੰਤ ਸਮੇਂ ਮਹਿ ਦਰਸ ਤੁਮਾਰਾ ਚਾਹਤ ਨਹਿ ਪ੍ਰਾਪਤ ਤੇ ਸਬਾਰਾ। ਇੰਨੀ ਤਪੱਸਿਆ ਕਰਨ ਵਾਲੇ ਵੀ ਚਾਹੁੰਦੇ ਨੇ ਕਿ ਅੰਤ ਵੇਲੇ ਤੁਹਾਡੇ ਦਰਸ਼ਨ ਹੋ ਜਾਣ, ਪਰ ਸਤਿਗੁਰੂ ਜੀ ਸਾਰਿਆਂ ਨੂੰ ਹੁੰਦੇ ਨਹੀਂ। ਇਹ ਤੇ ਮੇਰੇ ਵੱਡੇ ਭਾਗ ਨੇ, ਤੁਸੀਂ ਦਰਸ਼ਨ ਦਿੱਤੇ ਨੇ। ਨੇਤ ਨੇਤ ਜਿਸ ਬੇਦ ਪੁਕਾਰੇ ਛੇਕ ਸ਼ਾਰਦਾ ਪਾਏ ਨਾ ਪਾਰੇ। ਸਤਿਗੁਰੂ ਜੀ ਤੁਸੀਂ ਉਹ ਸਮਰੱਥ ਗੁਰੂ ਹੋ, ਉਹ ਆਪ ਰੱਬ ਪਰਮੇਸ਼ਰ ਹੋ, ਜਿਹਨੂੰ ਸਾਰੇ ਵੇਦ ਵੀ ਬੇਅੰਤ ਕਹਿੰਦੇ ਨੇ, ਸਾਰੇ ਦੇਵੀ ਦੇਵਤੇ ਵੀ ਤੁਹਾਡੇ ਗੁਣ ਗਾਉਂਦੇ ਨੇ। ਸੋ ਤੁਮ ਨਿਕਟ ਭਾਗ ਵੱਡ ਮੇਰੇ ਇਮ ਕਹਿ ਬੰਧਨ ਕਰ ਤਿਸ ਬੇਰੇ। ਸਤਿਗੁਰੂ ਜੀ ਤੇ ਮੇਰੇ ਭਾਗ ਵੱਡੇ ਨੇ ਕਿ ਤੁਸੀਂ ਮੇਰੇ ਨੇੜੇ ਹੋ, ਮੇਰਾ ਸੀਸ ਤੁਹਾਡੇ ਚਰਨਾਂ 'ਚ ਹੈ ਤੇ ਮੇਰਾ ਸਰੀਰ ਛੁੱਟ ਜਾਣਾ ਹੈ। ਅਵਣੀ ਤਲ ਮੈਂ ਪੌੜਨ ਕੇ ਨ ਭੌਤਿਕ ਤਨ ਤਤਸ਼ਨ ਤਜ ਤੀਨ। ਬਸ ਇੰਨੇ ਕੋ ਬਚਨ ਬਿਲਾਸ ਕੀਤੇ। ਸਾਈਂ ਪੀਰ ਬੁੱਢਣ ਸ਼ਾਹ ਜੀ ਧਰਤੀ ਤੇ ਲੰਮੇ ਪਏ ਨੇ, ਸਿਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੱਖਿਆ ਤੇ ਬਜ਼ੁਰਗ ਬਿਰਧ 500 ਸਾਲ ਪੁਰਾਣਾ ਸਰੀਰ, ਇਹ ਕਹਿ ਲਈਏ ਕਿ 500 ਸਾਲ ਪੁਰਾਣਾ ਕੱਪੜਾ ਉੱਥੇ ਛੱਡ ਦਿੱਤਾ। ਸਰੀਰ ਛੱਡ ਕੇ ਬੁੱਢਣ ਸ਼ਾਹ ਜੀ ਗੁਰੂ ਦੇ ਚਰਨਾਂ ਦੇ ਵਿੱਚ ਹੀ ਸਮਾ ਗਏ, ਕਿਉਂਕਿ ਜੋਤ ਤਾਂ ਪਹਿਲੋਂ ਮਿਲੀ ਹੋਈ ਸੀ ਨਾ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਔਰ ਇਹਨਾਂ ਮਹਾਂਪੁਰਸ਼ਾਂ ਵਾਸਤੇ ਇਹ ਸ਼ਬਦ ਪੜ੍ਹਿਆ ਜਾ ਸਕਦਾ ਹੈ। ਭਾਵੇਂ ਅਸੀਂ ਕਹਿ ਦਿੰਦੇ ਕੋਈ ਵੀ ਮਰੇ ਕੇ ਸ਼ਬਦ ਪੜ੍ਹ ਦਿਓ, ਜਿਉਂਦਿਆਂ ਜੇ ਭਾਵੇਂ ਕਦੇ ਮੂੰਹ ਤੋਂ ਗੁਰੂ ਨਾ ਕਿਹਾ ਹੋਵੇ
ਤੇ ਮਰਨ ਤੋਂ ਬਾਅਦ ਕਹਿੰਦੇ ਜੋਤ ਰਲ ਗਈ ਹੈ। ਵੀ ਜੋਤ ਤੇ ਜਿਉਂਦਿਆਂ ਜੀ ਰਲਦੇ, ਕਿਉਂਕਿ ਜੋਤ ਨਹੀਂ ਨਾ ਮਰਦੀ ਜੀ, ਮਰਿਆ ਤੇ ਸਰੀਰ ਹੈ। ਜੋਤ ਪਹਿਲਾਂ ਵੀ ਮਿਲੀ ਹੋਈ ਸੀ, ਜੋਤ ਗੁਰੂ ਦੀ ਜੋਤ ਵਿੱਚ ਸਮਾ ਗਈ, ਔਰ ਬੁੱਢਣ ਸ਼ਾਹ ਜੀ ਸਰੀਰ ਛੱਡ ਕੇ ਸਦਾ ਲਈ ਉਸੇ ਥਾਂ ਤੇ ਬਿਰਾਜਮਾਨ ਹੋ ਗਏ। ਜਿਮ ਗਜ ਫੂਲ ਮਾਲ ਕੋ ਡਾਰੇ, ਬਿਨ ਸੰਕਟ ਤਿਸ ਤਜੋ ਸੁਖਾਰੇ। ਕਵੀ ਸੰਤੋਖ ਸਿੰਘ ਜੀ ਨੇ ਉਦਾਹਰਨ ਦਿੱਤੀ ਕਿ ਪੀਰ ਬੁੱਢਣ ਸ਼ਾਹ ਜੀ ਨੇ ਇਵੇਂ ਸਰੀਰ ਛੱਡ ਦਿੱਤਾ ਕਿ ਜਿਵੇਂ ਇੱਕ ਹਾਥੀ ਨੇ ਕਿਤੇ ਫੁੱਲਾਂ ਦਾ ਹਾਰ ਜਿਹੜਾ ਉਹ ਪਾਉਣਾ ਹੋਏ। ਹੁਣ ਭਾਵ ਕਿ ਬੜਾ ਸੌਖਾ, ਫੁੱਲ ਕੋਈ ਭਾਰਾ ਥੋੜ੍ਹੀ ਹਾਥੀ ਵਾਸਤੇ, ਹਾਥੀ ਵਾਸਤੇ ਤਾਂ ਕੁਝ ਵੀ ਵੈਸੇ ਭਾਰਾ ਨਹੀਂ, ਪਰ ਫੁੱਲ ਦੀ ਉਦਾਹਰਨ ਦਿੱਤੀ ਕਿ ਇੰਨਾ ਸੌਖਾ ਸਰੀਰ ਛੱਡ ਦਿੱਤਾ। ਸਤਿਗੁਰ ਵਿਖਿਆ ਲੈਣ ਹੋਏ ਗਇਓ, ਪੁਨ ਬਾਬਕ ਤਹ ਪਹੁੰਚਤ ਭਇਓ। ਪੀਰ ਬੁੱਢਣ ਸ਼ਾਹ ਜੀ ਗੁਰੂ ਸਾਹਿਬ ਦੇ ਵਿੱਚ ਹੀ ਲੀਨ ਹੋ ਗਏ। ਸਤਿਗੁਰੂ ਕਹਿੰਦੇ ਨੇ ਭਾਈ ਬਾਬਕ ਨੂੰ ਬੁਲਾਓ। ਜਿਹੜਾ ਆਸਾ ਕੀ ਵਾਰ ਕੀਰਤਨ ਕੀਰਤਪੁਰ ਸਾਹਿਬ ਹੋਣਾ ਸੀ, ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਬਾਬਕ ਨੂੰ ਬੁਲਾਓ, ਅੱਜ ਉਹ ਆਸਾ ਕੀ ਵਾਰ ਇਸ ਥਾਂ ਤੇ ਹੋਵੇ। ਔਰ ਦੇਖੋ ਗੁਰੂ ਸਾਹਿਬ ਜੀ ਨੇ ਕੋਈ ਭਰਮ ਨਹੀਂ ਰਹਿਣ ਦਿੱਤਾ ਕਿ ਮੁਸਲਮਾਨ ਹੈ ਜਾਂ ਦੂਜਾ ਹੈ ਤੀਜਾ ਹੈ, ਕਿਉਂਕਿ ਖੁਦਾ ਦੇ ਰੱਬ ਦੀ ਸਿਫਤ ਕਰਨ ਵਾਲਾ ਹੈ। ਸਰੀਰ ਛੱਡਿਆ ਤੇ ਇਹਦੇ ਕੋਲ ਵੀ ਰੱਬ ਦੀ ਸਿਫਤ ਹੋਵੇ। ਭਾਈ ਬਾਬਕ ਉੱਥੇ ਪਹੁੰਚੇ। ਆਸਾ ਵਾਰ ਗਾਇਬੋ ਕੀਨ, ਪਾਰ ਬ੍ਰਹਮ ਸਿਫਤੇ ਸੁਖ ਚੈਨ। ਉੱਥੇ ਭਾਈ ਬਾਬਕ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ, ਜਿਹਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦੀ ਪਾਰ ਬ੍ਰਹਮ ਦੀ ਸਿਫਤ ਗਾਈ ਗਈ। ਭਈ ਪ੍ਰਭਾਤ ਕਬਰ ਖਨਵਾਏ, ਆਛੇ ਬਿਦ ਤਿਸ ਕੋ ਦਫਨਾਏ। ਦਿਨ ਚੜ੍ਹਿਆ ਜਿਵੇਂ ਸੂਰਜ ਦੀ ਟਿੱਕੀ ਨਿਕਲਦੀ, ਉਦੋਂ ਆਸਾ ਕੀ ਵਾਰ ਦਾ ਭੋਗ ਪਾਇਆ ਜਾਂਦਾ ਹੈ। ਔਰ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਦਾ ਅੱਜ ਵੀ ਇਹੀ ਨੇਮ ਹੈ। ਸਮਾਂ ਅੱਗੇ ਪਿੱਛੇ ਹੋ ਜਾਂਦਾ, ਪਰ ਜਦੋਂ ਸੂਰਜ ਚੜ੍ਹਨ ਦਾ ਸਮਾਂ ਹੁੰਦਾ, ਆਸਾ ਕੀ ਵਾਰ ਦਾ ਭੋਗ ਉਦੋਂ ਹੀ ਪਾਇਆ ਜਾਂਦਾ ਹੈ। ਆਸਾ ਕੀ ਵਾਰ ਦਾ ਭੋਗ ਪਾਇਆ, ਦਿਨ ਚੜ੍ਹ ਗਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿਉਂਕਿ ਮੁਸਲਮਾਨ ਫਕੀਰ ਹੈ, ਇਹ ਨਹੀਂ ਕਿਹਾ ਕਿ ਸਾਡਾ ਸਿੱਖ ਬਣਿਆ ਜਾਂ ਧੱਕੇ ਨਾਲ ਅਸੀਂ ਧਰਮ ਬਦਲਣਾ ਹੈ। ਉਸੇ ਮੁਤਾਬਕ ਕਹਿੰਦੇ ਨੇ ਇਹਨਾਂ ਦੀ ਕਬਰ ਖੋਦੀ ਜਾਏ, ਕਬਰ ਦੇ ਵਿੱਚ ਇਹਨਾਂ ਨੂੰ ਦਫਨਾਇਆ ਜਾਏ, ਇਹਨਾਂ ਦੇ ਮੁਤਾਬਕ ਸਰੀਰ ਨੂੰ ਸਾਂਭਿਆ ਜਾਏ। ਵਿਦਿਆ ਸ੍ਰੀ ਗੁਰ ਦਿੱਤਾ ਸਾਥ, ਸਬਨ ਸੰਗ ਲਏ ਤਬ ਨਾਥ। ਉੱਥੇ ਭਾਈ ਬਿਧੀ ਚੰਦ ਜੀ, ਬਾਬਾ ਗੁਰਦਿੱਤਾ ਜੀ ਆਪ ਆਪਣੇ ਹੱਥੀਂ ਕਈਆਂ ਲੈ ਕੇ ਕਬਰ ਪੁੱਟਦੇ ਨੇ, ਨਾਲ ਬਹੁਤ ਸਾਰੇ ਸਿੱਖ ਲਏ ਨੇ। ਉੱਥੇ ਸਾਈਂ ਬੁੱਢਣ ਸ਼ਾਹ ਦਾ ਜਿਹੜਾ ਸਰੀਰ ਸੀ ਉਹ ਦਫਨਾ ਦਿੱਤਾ ਗਿਆ। ਕੀਰਤਪੁਰ ਨਿਕੇਤ ਕੋ ਆਏ, ਅਣਕ ਪ੍ਰਕਾਰਨ ਬਾਗ ਸੁਣਾਏ। ਫਿਰ ਸਤਿਗੁਰੂ ਜੀ ਭਾਈ ਬਿਧੀ ਚੰਦ ਬਾਬਾ ਗੁਰਦਿੱਤਾ ਜੀ ਆਦਿ ਸਿੱਖਾਂ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਆਏ ਨੇ। ਇੱਥੇ ਕਈ ਤਰ੍ਹਾਂ ਦੇ ਫਿਰ ਬਚਨ ਵਿਲਾਸ ਹੋਏ। ਬਸ ਕਰ ਬਹੁਤੇ ਦਿਵਸ ਗੁਜ਼ਾਰੇ, ਸਿੱਖ ਹਜ਼ਾਰੋ ਜਗ ਨਿਸਤਾਰੇ। ਇੱਥੇ ਕੀਰਤਪੁਰ ਸਾਹਿਬ ਰਹਿ ਕੇ ਫਿਰ ਸਤਿਗੁਰੂ ਜੀ ਨੇ ਕਈ ਦਿਨ ਗੁਜ਼ਾਰੇ। ਔਰ ਇਹ ਕਹਿ ਲਈਏ ਕਿ ਫਿਰ ਜਦੋਂ ਤੱਕ ਸਰੀਰ ਨਹੀਂ ਛੱਡਿਆ, ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਵਿੱਚ ਹੀ ਰਹੇ। ਇੱਥੇ ਹਜ਼ਾਰਾਂ ਸਿੱਖਾਂ ਦਾ ਪਾਰ ਉਤਾਰਾ ਕੀਤਾ। ਧੀਰ ਮਲ ਰਹਿ ਪੁਰ ਕਰਤਾਰਾ, ਸਭ ਗੁਰ ਕੋ ਸੋ ਸਮਾਜ ਸੰਭਾਰਾ। ਉੱਧਰੋਂ ਕਹਿੰਦੇ ਧੀਰਮਲ ਜਿਹੜਾ ਉਹ ਕਰਤਾਰਪੁਰ ਸਾਹਿਬ ਹੀ ਰਹਿ ਗਿਆ। ਉਹਨੇ ਗੁਰੂ ਘਰ ਦਾ ਸਾਰਾ ਸਾਜੋ ਸਮਾਨ ਜਿਹੜਾ ਸਾਂਭ ਲਿਆ, ਜਿਹਨੂੰ ਆਪਾਂ ਸ਼ਬਦ ਕਬਜ਼ਾ ਵਰਤਨੇ, ਕਬਜ਼ਾ ਕਰ ਲਿਆ ਜੀ ਕਿ ਹੁਣ ਮੇਰਾ ਹੀ ਹੈ। ਡਰ ਧਰ ਤੁਰ ਕੇਸ਼ਰ ਕੋ ਮਨ ਮੈਂ, ਪਾਤੀ ਲਿਖਤ ਭਇਓ ਤਿਸ ਛਿਨ ਮੈਂ। ਔਰ ਧੀਰਮਲ ਨੇ ਚਿੱਠੀ ਤਾਂ ਪਹਿਲੋਂ ਲਿਖ ਦਿੱਤੀ ਸੀ ਜੰਗ ਹੋਣ ਤੋਂ, ਪਰ ਹੁਣ ਫਿਰ ਡਰਿਆ ਕਿ ਮੈਂ ਰਹਿਣਾ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਹੈ। ਡਰਦੇ ਹੋਏ ਨੇ ਇੱਕ ਚਿੱਠੀ ਇਹਨਾਂ ਮਲੇਸ਼ੀਆ ਨੂੰ, ਤੁਰਕਾਂ ਨੂੰ ਫਿਰ ਲਿਖੀ। ਹਮ ਹਮੇਸ਼ ਹਜ਼ਰਤ ਅਨੁਸਾਰੇ, ਜਥਾ ਅਪਰ ਖਲਕਤ ਹੈ ਸਾਰੇ। ਧੀਰਮਲ ਲਿਖਦਾ ਕਿ ਬਾਦਸ਼ਾਹ ਸਲਾਮਤ, ਮੈਂ ਸਦਾ ਹੀ ਤੁਹਾਡੇ ਅਨੁਸਾਰ ਹਾਂ। ਜਿਵੇਂ ਤੁਹਾਡੀ ਬਾਕੀ ਪ੍ਰਜਾ ਹੈ, ਮੈਂ ਵੀ ਪ੍ਰਜਾ, ਤੁਹਾਡੀ ਪ੍ਰਜਾ ਦੇ ਵਾਂਗੂ ਤੁਹਾਡੇ ਮੁਤਾਬਕ ਹੀ ਰਵਾਂਗਾ। ਪਠਿਓ ਦੂਤ ਲਵਪੁਰ ਕੋ ਧਾਇਓ, ਆਗੇ ਸਗਲ ਸ਼ਾਹ ਸੁਣ ਪਾਇਓ।
चिट्ठी लिख के दूत नूं भेजिया, लाहौर पहुंचा तो बादशाह शाहजहां ने पहलों सारी गल सुनी हुई सी कि गुरु साहब का पुत्रा है धीरमल, वो साडे नाल रहना चाहुंदा है। बादशाह ने खबर सारी पहलों सुननी सी कि जंग दे विच हार हो गई, लख बंदा साडा मारिया गया है। जे कातुर भाजे तरत्रास, कहो जाए काले खानास। जे कायर डर के भज गया होवे, बादशाह हुणे कहंदा कि हो सकदा काले खां जां पैंदे खां डर के भज गए होण, हो सकदा ना ही मारे गए होण। कि जे एक कायर डर के भज गए होण तां काले खां जिथे भी मिले उन्होंने फड़ के मार दिओ। कुतबा पैद खान असमान, अनवर सहद चमू सबहान। पर बादशाह नूं खबर मिली कि काले खां भी मारिया गया है। कुतुब खां, पैंदे खां, असमान खां, अनवर खान ते होर कई खां मखाई जिहड़े ने वो भी मारे गए ने। ये सारी फौज मार दी गई है। सुन ते शाह दहलियो बिस्मानियो, खां वजीर के संग बखानियो। ये सुन के बादशाह एकदम दहल गया। इन्ना दहलिया कि गुरुकुल तो सुनिया सी जिहड़ी फौज है वो 1,500-2,000 है, तो साडी लख फौज लख बंदा मार दिता। एडे एडे वड्डे जरनैल मार दिते, कंब गया पैरों तो लैके सिर तक। उस वेले ने वजीर खान नूं अपने कोल बुलाया है। होत अचंबा मम उरमाही, कारज सरयो ना कुछ दल पाही। जदों वजीर खां आया, बादशाह कहंदा वजीर खां मेरे मन च तो बड़ी हैरानी हुई है कि एडी वड्डी फौज होवे ते काम कोई भी ना सरे, गुरु नूं ना फड़ सके ना मार सके। कुछ को ऊण एक लश पठाए, सो गुर रण कर छित सपताए। बादशाह शाहजहां कहंदा है कि वजीर खां लख ही फौज सी, थोड़ी जी घट सी लख तो। गुरु ने युद्ध करके सारे रण खेत्र में उत्थे धरती च लटा दिते ने। दल को बल को कर अहंकार, गए जंग को पाए सहार। पैदे खां ते काले वर्गे, काले खां वर्गे ते अपनी सैना का हंकार करके गए सन। साडे कोल बंदा लख है, लख बंदा भी मरवा दिता, आप भी जंग हार गए, आप भी मारे गए। सुन कर खां वजीर तब बोला, हजरत जी रावर चित डोला। क्योंकि वजीर खां गुरु घर का सरदालू है, वो समय समय से समझाउंदा भी रहिंदा सी। सुन के वजीर खां कहंदा कि बादशाह सलामत, तुहाडा दिल जिहड़ा डोल गया है, डोलना भी चाहिए है। हुते शाह जिम बड़े तुम्हारे, सेवत गुरु पग सिजदा धारे। कि बादशाह तुहानू गुरु ते चढ़ाई नहीं सी करनी चाहिए, जिवें तुहाडे वड्डे वडेरे गुरु साहब के चरणों च सिर झुकाउंदे रहे ना, सिजदा करते रहे। चाहिए तुहानू भी सी कि गुरु घर दे नाल बना के रख दे, सिर झुका के रख दे। कर प्रसन्न बर सब ने पाए, सगल समाज लय मन पाए। बादशाह सलामत तुहाडे वड्डे वडेरियां ने तो गुरु साहब के चरणों च सीस झुका के उन्होंने खुश करके बड़े बड़े उन्होंने तो वर प्राप्त किए। सिर नानक संग बाबर मेला, राज तेज बर लेन सुहेला। कि बादशाह सुनो, पहलों तुहाडे वड्डे वडेरिया चों बाबर होया ना, उन्हें गुरु नानक साहब के चरणों च सिर झुकाया। देखो इतिहास आप जानते हो, भावें बाबर ने पहलों गुरु साहब को जेल दे विच कैद रखिया, पर जदों समझ आई फिर सिर झुकाया ना। सिर नहीं झुकाया, गुरु साहब तो वर लिया कि मेरा राज भाग बनया रहे। और सतगुरु जी कहते सन, जदों तक सच ते चलेगा, न्याय करेगा, ये राज भाग बनया रहेगा। तो जदों माड़ियां दे नाल धक्का करेगा, ये राज भाग फिर रहना कोई नहीं। बचन दोवें कहे सन। वजीर खां कहंदा कि बाबर ने नमस्कार करके गुरु तो वर लिया, गुरु नानक साहब जी तो। शाह हमाओ जबे निकासा, पहुंचो श्री अंगद के पासा।
ਤੇ ਬਾਦਸ਼ਾਹ ਜਦੋਂ ਹੁਮਾਯੂੰ ਨੂੰ ਰਾਜ ਦੇ ਵਿੱਚੋਂ ਕੱਢ ਦਿੱਤਾ ਸੀ, ਭਜਾ ਦਿੱਤਾ ਸੀ, ਹਾਰ ਗਿਆ ਸੀ, ਉਹ ਗੁਰੂ ਅੰਗਦ ਦੇਵ ਦੇ ਚਰਨਾਂ 'ਚ ਗਿਆ ਸੀ। ਤਿੰਨ ਕੇ ਬਰਲੇ ਕਰ ਪਤਸ਼ਾਹੀ, ਕਰਿਓ ਰਾਜ ਵੱਡ ਆਪਣੀ ਮਾਹੀ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹਨੂੰ ਵਰ ਦਿੱਤਾ ਸੀ ਕਿ ਹੁਮਾਯੂੰ ਹੁਣ ਜਾ, ਦੇਸ਼ ਛੱਡ ਕੇ ਇੱਕ ਵਾਰੀ ਨਿਕਲ ਜਾ, ਆਪਣਾ ਬਲ ਸੰਭਾਲ ਕੇ ਤਾਕਤ ਕਰਕੇ ਫਿਰ ਆਈ, ਗੁਰੂ ਕਿਰਪਾ ਕਰੇਗਾ, ਤੇਰਾ ਰਾਜ ਪੱਗ ਹੋਏਗਾ। ਤੇ ਉਹ ਰਾਜ ਮਿਲਿਆ ਤੁਹਾਨੂੰ। ਹੁਮਾਯੂੰ ਰਾਜ ਕਰਦਾ ਰਿਹਾ। ਸੋ ਮਤਵੰਤ ਵੱਡ ਅਕਬਰ ਭਏ, ਸ੍ਰੀ ਗੁਰ ਅਮਰ ਆਰਾਧਨ ਕਹੇ। ਫਿਰ ਤੁਹਾਡੇ ਦਾਦੇ ਪੜਦਾਦੇ ਚੋਂ ਸੀ ਨਾ ਅਕਬਰ ਵੀ, ਉਹ ਵੀ ਬੜਾ ਸਿਆਣਾ ਸੀ ਕਿ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕਦਾ ਰਿਹਾ, ਬੰਦੇ ਭੇਜਦਾ ਰਿਹਾ, ਆਪ ਆਉਂਦਾ ਰਿਹਾ। ਗੜ ਚਤੌੜ ਤਿੰਨ ਬਚਤੇ ਟੁੱਟਿਓ, ਦਵਾਦਸ ਬਰਖਣ ਜੋ ਨਹਿ ਛੁੱਟਿਓ। ਕਿ ਤੁਹਾਡੇ ਅਕਬਰ ਤੋਂ ਚਿਤੌੜ ਦਾ ਕਿਲ੍ਹਾ 12 ਸਾਲ ਤੱਕ ਨਹੀਂ ਸੀ ਜਿੱਤਿਆ ਗਿਆ, ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਇਹਨੇ ਅਰਦਾਸ ਬੇਨਤੀ ਭੇਜੀ ਸੀ ਨਾ, ਮੇਰਾ ਕੰਮ ਪੂਰਾ ਹੋ ਜੇ, ਤੇ ਉਹ ਜਿਹੜਾ ਕਿਲ੍ਹਾ 12 ਦਿਨਾਂ ਦੇ ਵਿੱਚ ਜਿੱਤ ਲਿਆ ਸੀ ਅਕਬਰ ਨੇ। ਗੁਰੂ ਅਮਰਦਾਸ ਜੀ ਦੇ ਬਚਨ ਹੋਏ ਸਨ ਤਾਂ ਹੀ ਜਿੱਤਿਆ ਨਾ। ਸ਼ਾਹ ਦਿਸ਼ਾ ਬਿਦ ਕੀ ਬਾਤੀ, ਮਿਲ ਕਰ ਭੇਟ ਪਰਗਣਾ ਕੇ ਨਾ। ਤਿੰਨ ਪ੍ਰਸੰਨਤਾ ਤੇ ਸੁਖ ਲੀਨ। ਉਹ ਬਾਬਰ ਗੁਰੂ ਸਾਹਿਬ ਨੂੰ ਮਿਲਿਆ, ਭੇਟਾ ਵੀ ਦਿੰਦਾ ਰਿਹਾ, ਸਿਰ ਵੀ ਝੁਕਾਉਂਦਾ ਰਿਹਾ, ਔਰ ਗੁਰੂ ਦੀ ਖੁਸ਼ੀ ਵੀ ਲਈ। ਬਾਬਰ ਨੇ ਲਈ, ਅਕਬਰ ਨੇ ਲਈ ਖੁਸ਼ੀ। ਪੁਨ ਸ੍ਰੀ ਅਰਜਨ ਹਰ ਗੋਬਿੰਦ, ਮਿਲਿਓ ਪਦਰ ਤੁਵ ਦਵੈ ਕਰ ਬੰਦ। ਪਦਰ ਕਹਿੰਦੇ ਨੇ ਪਿਤਾ ਨੂੰ, ਪਿਓ ਨੂੰ। ਫਿਰ ਕਹਿੰਦੇ ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਤੁਹਾਡਾ ਪਿਤਾ ਜਹਾਂਗੀਰ, ਉਹ ਹੱਥ ਜੋੜ ਕੇ ਮਿਲਿਆ। ਔਰ ਦੇਖੋ ਇੱਥੇ ਜਹਾਂਗੀਰ ਨੂੰ ਘੱਟ ਦੋਸ਼ ਦੱਸਿਆ ਗਿਆ ਹੈ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਤੇ ਚੰਦੂ ਨੇ ਕੀਤਾ, ਪਰ ਉੱਤੋਂ ਤੋਂ ਰਾਜਨੀਤੀ ਤਾਂ ਕਰਦਾ ਹੀ ਸੀ ਨਾ, ਉੱਤੋਂ ਹੱਥ ਜੋੜ ਕੇ ਮਿਲਦਾ ਹੁੰਦਾ ਸੀ। ਹੁਣ ਇੱਥੇ ਵਜ਼ੀਰ ਖਾਨ ਦੱਸਦਾ ਕਿ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਤੁਹਾਡਾ ਪਿਓ ਵੀ ਤਾਂ ਮਿਲਦਾ ਰਿਹਾ ਨਾ, ਹੱਥ ਜੋੜ ਕੇ ਮੱਥਾ ਹੀ ਟੇਕਦਾ ਰਿਹਾ, ਔਰ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਤਾਂ ਕੁਛ ਨਹੀਂ ਵਿਗਾੜਿਆ, ਸਗੋਂ ਅਸੀਸਾਂ ਹੀ ਦਿੱਤੀਆਂ। ਸਾੜ ਸਤੀ ਆਦਿਕ ਦੁੱਖ ਭਾਰੇ, ਗੁਰ ਪ੍ਰਸੰਨ ਕਰ ਸਗਲ ਨਿਵਾਰੇ। ਛੇਵੇਂ ਸਤਿਗੁਰੂ ਜੀ ਨੇ ਤੇ ਤੇਰੇ ਪਿਓ ਦੇ ਦੁੱਖ ਹੀ ਬੜੇ ਕੱਟੇ ਨੇ, ਜਿਹੜੇ ਕਹਿੰਦੇ ਸਨ ਸਾੜ ਸਤੀ ਆ ਗਈ ਜੀ। ਜਿਹੜਾ ਡਰਦਾ ਰਹਿੰਦਾ, ਰਾਤ ਸੌਂਦਾ ਨਹੀਂ ਸੀ, ਗੁਰੂ ਸਾਹਿਬ ਜੀ ਨੇ ਉਹਨੂੰ ਦੁੱਖਾਂ ਤੋਂ ਦੂਰ ਕੀਤਾ, ਤੁਹਾਡੇ ਪਿਤਾ ਨੂੰ, ਜਹਾਂਗੀਰ ਨੂੰ। ਜਬ ਕੇ ਤੁਮ ਪਤਸ਼ਾਹਤ ਪਾਏ, ਅਣਕ ਬਾਰ ਹੀ ਰਾਰ ਮਚਾਈ। ਹੁਣ ਵਜ਼ੀਰ ਖਾਨ ਨੇ ਇੱਥੇ ਥੋੜ੍ਹੇ ਜਿਹੇ ਸਖਤ ਬੋਲੇ, ਕਿਉਂਕਿ ਸੱਚ ਹੈ ਨਾ, ਫਿਰ ਸੱਚ ਤੇ ਸਖਤ ਲੱਗਦਾ ਹੀ ਹੈ। ਪਰ ਬਾਦਸ਼ਾਹ, ਜਦੋਂ ਤੋਂ ਤੂੰ ਬਾਦਸ਼ਾਹ ਬਣਿਆ, ਪਾਤਸ਼ਾਹੀ ਤੈਨੂੰ ਮਿਲੀ ਹੈ, ਤੂੰ ਉਦੋਂ ਤੋਂ ਬਸ ਰੌਲੇ ਲੜਾਈ ਮਚਾਈ ਹੋਈ ਗੁਰੂ ਘਰ ਦੇ ਨਾਲ ਹੀ। ਬਹੁ ਨੁਕਸਾਨ ਤੁਮਾਰਾ ਭਇਓ, ਲੱਖੋ ਲਸ਼ਕਰ ਤਹਿ ਖਪ ਗਇਓ। ਤੇ ਬਾਦਸ਼ਾਹ ਦੱਸੋ ਇਸ ਲੜਾਈ 'ਚੋਂ ਖੱਟਿਆ ਕੁਝ? ਬੜਾ ਨੁਕਸਾਨ ਤੁਹਾਡਾ ਹੋਇਆ, ਲੱਖਾਂ ਦੀ ਫੌਜ ਮਾਰੀ ਗਈ, ਔਰ 1.5 ਲੱਖ ਦੇ ਕਰੀਬ ਸਾਰੇ 4 ਜੰਗਾਂ 'ਚ ਮਾਰੀ ਗਈ। ਲੱਖ ਤੇ ਚੌਥੇ ਜੰਗ 'ਚ ਮਾਰੀ ਗਈ ਸੀ। 35,000 ਮਹਾਰਾਜ ਵਾਲੇ ਜੰਗ 'ਚ ਮਾਰੀ ਗਈ। 15,000 ਇੱਕ ਵਾਰੀ ਤੇ 7,000 ਪਹਿਲੋਂ ਮਾਰੀ ਗਈ। ਬਾਦਸ਼ਾਹ ਲੜਾਈਆਂ ਕਰਕੇ ਤੂੰ ਲਿਆ ਕੁਝ ਖੱਟਿਆ? ਅਪਰ ਨਰਨ ਸਮ ਜਾਣਤ ਔਰ ਮੈਂ ਬਹੁਬਾਰ ਅਰਜ ਕਰ ਰਹਿਓ, ਭੇਤ ਨ ਕਛੂ ਆਪਣੇ ਲਹਿਓ। ਬਾਦਸ਼ਾਹ ਮੈਂ ਤਾਂ ਕਈ ਵਾਰੀ ਤੁਹਾਨੂੰ ਬੇਨਤੀ ਕਰਦਾ ਰਿਹਾ ਕਿ ਗੁਰੂ ਘਰ ਨਾਲ ਮੱਥਾ ਨਹੀਂ ਲਾਈਦਾ, ਮੱਥਾ ਟੇਕੀਦਾ ਹੈ, ਪਰ ਤੁਸੀਂ ਸਮਝੇ ਨਹੀਂ। ਅਪਰ ਨਰਨ ਸਮ ਜਾਣਤ ਔਰ ਮੈਂ, ਲਾਖੋ ਹਤੇ ਸੋ ਏਕ ਬਚਨ ਮੈਂ। ਬਾਦਸ਼ਾਹ ਤੂੰ ਗੁਰੂ ਸਾਹਿਬ ਜੀ ਨੂੰ ਆਮ ਲੋਕਾਂ ਵਾਂਗੂ ਸਮਝਣਾ, ਪਰ ਮੈਨੂੰ ਭਰੋਸਾ ਹੈ, ਮੈਨੂੰ ਪਤਾ ਉਹ ਤੇ ਇੱਕ ਬਚਨ ਕਰਨ ਤੇ ਪੂਰੀ ਦੁਨੀਆ ਦਾ ਨਾਸ਼ ਕਰਦਾ ਸਕਦੇ ਨੇ। ਤੇ ਬਾਦਸ਼ਾਹ ਫਿਰ 1,00,000 2 ਲੱਖ ਦੀ ਫੌਜ ਤੇ ਕੀ ਗੱਲ ਹੈ? ਜਿਨ ਸੋ ਕਰ ਜੋਰੇ ਬਣ ਆਵੈ, 300 ਜੰਗ ਕਹਾਂ ਮਨ ਭਾਵੈ। ਬਾਦਸ਼ਾਹ ਉਸ ਗੁਰੂ ਦੇ ਅੱਗੇ ਤੇਰੀ 1 ਲੱਖ ਫੌਜ ਤੇ ਕੀ, ਪੂਰੀ ਦੁਨੀਆ ਵੀ ਸ਼ਸਤਰ ਹਥਿਆਰ ਲੈ ਕੇ ਆ ਜਾਵੇ ਤੇ ਉਹ ਵੀ ਜਿੱਤ ਨਹੀਂ ਸਕਦੀ।
ਜਿਨ੍ਹਾਂ ਦੇ ਅੱਗੇ ਨਮਸਕਾਰ ਕਰਨੀ ਬਣਦੀ ਹੈ, ਹੱਥ ਜੋੜਨੇ ਬਣਦੇ ਨੇ, ਤੁਸੀਂ ਉਹਨਾਂ ਦੇ ਨਾਲ ਜੰਗ ਹੀ ਕਰੀ ਆਏ ਹੋ, ਜੰਗ ਹੀ ਮਚਾਈ ਆਏ ਹੋ। ਮੁਗਲ ਸਖਾ ਪੁਨ ਅਬਦੁਲ ਖਾਨ, ਲੱਲਾ ਸੁਕੰਬਰ ਸੈਣ ਮਹਾਨ। ਫਿਰ ਵਜ਼ੀਰ ਖਾਨ ਨੇ ਉੱਥੇ ਕਸਰ ਛੱਡੀ ਨਹੀਂ, ਪੂਰੀ ਤਸੱਲੀ ਕੀਤੀ ਬਾਦਸ਼ਾਹ ਦੀ ਕਿ ਬਾਦਸ਼ਾਹ ਏਡੇ ਏਡੇ ਤੇਰੇ ਸੈਨਾਪਤੀ ਮੁਗਲ ਖਾਨ, ਅਬਦੁਲ ਖਾਨ, ਲੱਲਾ ਬੇਗ, ਕੰਬਰ ਬੇਗ, ਏਡੇ ਮਹਾਨ ਸੂਬੇਦਾਰ ਸੈਨਾਪਤੀ, ਬਣ ਪੈਂਦਾ ਅਬ ਨਮਕ ਹਰਾਮੀ, ਤੁਮਰੋ ਲਸ਼ਕਰ ਕਰ ਅਨੁਗਾਮੀ। ਪਹਿਲੋਂ ਇਹ ਤੇ ਮਾਰੇ ਗਏ ਸਨ ਤੇ ਹੁਣ ਪੈਂਦੇ ਖਾਂ ਨਮਕ ਹਰਾਮੀ ਹੋ ਕੇ ਆਇਆ। ਜਿਹੜਾ ਗੁਰੂ ਘਰ ਦਾ ਨਮਕ ਖਾ ਕੇ ਉਹ ਹਰਾਮ ਕਰ ਸਕਦਾ ਤੇ ਤੇਰਾ ਸਿੱਕਾ ਕਿੱਥੋਂ ਹੋਣਾ ਸੀ? ਲੱਖ ਬੰਦਾ ਤੇਰਾ ਮਰਵਾ ਦਿੱਤਾ ਨਾ। ਮਰਿਓ ਜਾਏ ਕੁਛ ਸਰੀ ਨਾ ਕਾਰਾ, ਜੇ ਗੁਰ ਸੰਗ ਲਰੇ ਜਗ ਸਾਰਾ। ਇੱਥੇ ਵਜ਼ੀਰ ਖਾਂ ਫਿਰ ਕਹਿੰਦਾ ਕਿ ਜਿੰਨਾ ਮਰਜ਼ੀ ਲੜੀ ਜਾ ਬਾਦਸ਼ਾਹ, ਸਾਰਾ ਸੰਸਾਰ ਵੀ ਲੜ ਲਵੇ ਨਾ, ਗੁਰੂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਤੋ ਨਾ ਜੇਤ ਸਕੈ ਕਰ ਮਰ ਰਹਿ, ਕਹਾਂ ਬਾਦ ਤੁਮ ਲਸ਼ਕਰ ਹੈ। ਬਾਦਸ਼ਾਹ ਤੇਰੇ ਲਸ਼ਕਰ ਦੀ ਤੇ ਕਿਹੜੀ ਗੱਲ, ਸਾਰੀ ਦੁਨੀਆ ਵੀ ਆ ਜੇ ਨਾ, ਜੇ ਗੁਰੂ ਤੇ ਜਾ ਕੇ ਚੜ੍ਹਾਈ ਕਰੇਗੀ, ਮੱਥਾ ਲਾਏਗੀ ਤਾਂ ਉਹ ਮਰੇਗੀ ਹੀ। इत्यादक जब करते बाते, तब लो धीर मल की पाते। इत्यादक बादशाह वजीर खान नाल गल्लां बातां कर ही रहा सी, उन्हें नूं धीर मल दी जिहड़ी चिट्ठी भी पहुँच गई। दए दूत ने आगे धर कै, खां वजीर सगरे पठ करकै। दूत ने चिट्ठी वजीर खान नूं फड़ाई, वजीर खान ने पढ़ के बादशाह नूं सुनाई। बिस्मय भयो कहा इनके न, गुरपुत्रा इम भयो अधीन। चिट्ठी पढ़ के बादशाह भी हैरान होया तो वजीर खान तो हैरान होना ही सी कि इन्हें की किया, तो गुरु का पुत्रा हो के ये इन्ना डर गया है। नहीं शाह को बड़े सुनावण, सुन पुन करे न जंग मचावण। ये चिट्ठी पढ़ के वजीर खान थोड़ा जिहा चुप हो गया, बादशाह नूं नहीं सुनाई। ये सोचता है कि बादशाह नूं सुनाउणी भी नहीं चाहिए, क्योंकि हुंदे पुट्ठे दिमाग दे ने, कोई पता नहीं दोबारे फिर तैयारी कर ले कि जे गुरु का पुत्रा मेरे नाल है तो हुण फिर चलो। कहो शाह सो खत मह लिखे, मरियो तरंग दुतिया रण बिखे। वजीर खान ने थोड़ी सी गल बदल दी कि चिट्ठी तो धीरमल दी है, कि चिट्ठी दे विच लिखिया धीरमल ने कि दूसरा घोड़ा से जिहड़ा जंग दे विच वो भी मारिया गया है। पहला तो मारिया गया सी गुल खां, ते ये जिहड़ा घोड़ा दूसरा वो भी मारिया गया है। पौण भरे लखड़े यह सवास, इनके जीवन कहाँ विसास। ये तो पाउण दे भरे हुए ने खलड़े, हवा दे भरे हुए ने, इन्हां दा कोई भरोसा थोड़ी कदों निकल जे, कदों हवा निकल जे, कदों कोई डिग जे। इस ते पे तुम रोस निवारो, निम्र होए अब बंधन धारो। इस करके बादशाह दूजे घोड़े का भी ख्याल हुणे छड्ड दे, क्योंकि इत्थे ते निम्रता ही बनती है। इत्थे ते जे हजे भी भला चाहुंदा तो नमस्कार कर दे। जथा बडेरे मानत रहे, तथा आपको लायक अहे। बादशाह जिवें तुहाडे वड्डे वडेरे गुरु घर नूं मनदे रहे, इस तरह तैनूं भी करना चाहिए। किसी वस्तु की कमी न तुमको, बनो सकल त्यागो गुरगम को। बादशाह तेरे कोल किसी चीज़ की घाट नहीं, गुरु के मुताबिक हो जो, गुरु के चरणों च नमस्कार कर दो, तुहाडे कोल जिहड़ा कुछ नुकसान होया पूरा हो जाएगा। बहुर कुटलता धारो नाहे, सुख भोगो अपने कर्म ही। तो वजीर खां कहंदा बादशाह हजे भी अज तो बाद कुटलता ना रखी गुरु घर दे नाल, चढ़ाई ना करके जाई। और मैनू भरोसा है जे तू चढ़ाई ना करेगा तो गुरु साहब जी कदे जंग नहीं करते, कदे ना तेरी कोई धरती मलणगे ना जंग करनगे। सुन उपदेश साहो मन फिरियो, निष्कृत लख पछतावण करियो। सुन के हुण बादशाह का एक बारी मन फिर बदल गया
कि वजीर खां जो कहता कहता तो ठीक ही है। हुण केवल पछतावे रह गया, क्यों लख बंदा भेजा, क्यों मरवा दिता। बिरथा अपने सैन मराए, जिसते कारज सरयो न काई। बादशाह सोचता खाम खाई अपने सैना मरवाई, काम भी कोई नहीं सरिया। हाथ जोर गुर दिसमुख करकै, जिसदा कीन सिजदा कीन धरन सिर धरकै। कहते बादशाह शाहजहां ने उत्ते खड़े खड़े ना गुरु साहब जी वाले श्री ਅੰਮ੍ਰਿਤਸਰ वाले मूँह करके हथ जोड़ के धरती ते सिर रख के मत्था टेक दिता, सिजदा कर दिता कि सतगुर जी तोवा मेरे खुदा दी, अज तो बाद मैं चढ़ाई नहीं करता, अज तो बाद जे करांगा तो सिजदा ही करांगा, नमस्कार ही करांगा। अब मैं द्रोह न तुम संग करो, जब लग प्राण देह मैं धरो। ये बादशाह शाहजहां कहता कि सतगुरु जी हुण जदों तक मैं जीना हाँ, मेरे शरीर दे विच प्राण ने, उदों तक मैं गुरु घर दे नाल ना विरोध करांगा ना ईर्खा करांगा, जे करांगा तो केवल नमस्कार ही करांगा। पाशन बात सिमा सब करिए, मोह पर नहीं कोप को धरिए। उत्थे मत्था टेक टेक के कहता कि सतगुरु जी मेरे पिछले गुनाह भी बख्श दिओ, अगों तो मैं इवें दा काम नहीं करांगा, मेरे ते गुस्सा ना करो, मेरे पिछले गुनाह बख्श दिओ। खां वजेर पाते लिख देन, धीर माल भेजन कीन। इधरों वजीर खान ने बादशाह वालों एक चिट्ठी लिख दी धीरमल, लिखी वजीर खान ने आप ही ते धीरमल वाले भेज दी। गुर घर सो नह शाहो बिगारे, बंधन करे भयो अनुसारे। वजीर खां कहता कि धीरमल तेनू डरन की लोड़ नहीं, कि बादशाह ने तो हुण गुरु घर नूं नमस्कार कर दी, हुण वो वैर रखदी नहीं। लेकर हलकारा टिके आयो, पट कर धीरमल हर खायो। हलकारे नूं चिट्ठी दिती, धीरमल ने पढ़ी, धीरमल पढ़ के खुश हो गया कि हुण डर खत्म हो गया। शाह दिशा इस बिद पे बाते, अब गुर कथा सुनो अवदाते। कहते बादशाह शाहजहां दी ते ये सारी गलबात इस तरह सी। अगे धन गुरु हरगोबिंद साहब जी ने जिवें कीरतपुर साहब जी विच आके किरपा की, वो सुनो। कीरतपुर को अधिक वसायो, सिख संतन को आनंद उपायो। गुरु साहब जी ने इत्थे कीरतपुर नूं होर ज़्यादा वसाया, बहुत वधाया, बहुत सिख संगतां नूं इत्थे आनंद बख्शिया। और अगे गुरु साहब जी जिवें इत्थे किरपा करते रहणगे। कवि संतोख सिंह जी अगे गुरु साहब की कथा लिखते हैं। इत्थे अध्याय भी समाप्ति है, थोड़ियां जी पंक्तियां नूं आपां कल विचार लवांगे। समय के मुताबिक इतनी बेनती प्रवान करनी है जी। हुईआं भुलां दी खिमा, आओ एक दो वारी रसना नूं करिए पवित्र, फिर समाप्ति है जी। वाहेगुरु 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 वाहेगुरु। वाहेगुरु 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 वाहेगुरु। वाहेगुरु